वाहिगुरु जी का खालसा वाहिगुरु जी की फतेह। बहुत ही सत्कारयोग रब्बी रूह डॉक्टर सोहन सिंह पपराली जी की हथ लिखत किताब ਨੂਰਾਨੀ ਝਲਕਾਰਾ ਨੂੰ ਉਹਨਾਂ ਦੇ ਸ਼ਬਦਾਂ ਵਿੱਚ ਹੀ ਲੜੀਵਾਰ ਰੂਪ ਵਿੱਚ ਬਿਆਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਕਾਲ ਪੁਰਖ ਜੀ ਅੱਗੇ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਦਾਸ ਕੋਲੋਂ ਸੇਵਾ ਕਰਾ ਲੈਣੀ ਜੀ। ਸ਼ੁਰੂ ਕਰਦੇ ਹਾਂ। ਭੂਮਿਕਾ। ਦਾਸਰੇ ਦੀ ਲਿਖਤ ਦੇ ਕੁਝ ਲੇਖ ਅੱਜ ਤੋਂ 20-25 ਸਾਲ ਪਹਿਲਾਂ ਦੇ ਹਨ। ਬਾਕੀ ਹੁਣ ਜੋ ਪ੍ਰਵਿਰਤ ਸੋਚ ਗੁਰਬਾਣੀ ਤੋਂ ਬਣੀ ਹੈ ਉਸ ਤੇ ਆਧਾਰਿਤ ਹਨ। ਸਮਝ ਆਈ ਹੈ ਕਿ ਗਿਆਨ ਤਾਂ ਸੰਸਾਰ ਵਿੱਚ ਬਹੁਤ ਅਧਿਕ ਹੈ, ਪਰ ਇਹ ਸਭ ਤ੍ਰੈਗੁਣੀ ਹੈ। ਇਸ ਨਾਲ ਭੌਤਿਕ ਤਰੱਕੀ ਤਾਂ ਬਹੁਤ ਹੋਈ ਹੈ, ਪਰ ਮਾਨਸਿਕ ਸਤਰ ਹੇਠਾਂ ਚਲਾ ਗਿਆ ਹੈ। ਤ੍ਰੈਗੁਣੀ ਗਿਆਨ ਖਾਮ ਹੁੰਦਾ ਹੈ। ਅਸਲੀ ਗਿਆਨ ਜਾਂ ਵਿਵੇਕ ਤਾਂ ਗੁਰਬਾਣੀ ਦੇ ਬੁੱਝਣ ਵਿੱਚ ਹੈ। ਅਸੀਂ ਵਿਦਵਾਨ ਲੋਕ ਅੱਖਰੀ ਅਰਥ ਤਾਂ ਕਰ ਲੈਂਦੇ ਹਾਂ, ਪਰ ਰੂਹਾਨੀ ਬੋਧ ਨਹੀਂ ਹੁੰਦਾ। ਪਵਿੱਤਰ ਵਚਨ ਹੈ, ਸ਼ਬਦਾਂ ਮਾਹੇ ਵਖਾਣੀਏ ਵਿਰਲਾ ਤਾਂ ਬੂਝੇ ਕੋਏ। ਵਿਦਵਾਨ ਸੱਜਣ ਟੀਕਾਕਾਰੀ ਕਰ ਸਕਦਾ ਹੈ, ਸਮਝ ਵੀ ਸਕਦਾ ਹੈ, ਪਰ ਬੁੱਝ ਨਹੀਂ ਸਕਦਾ। ਇਹ ਬੁੱਝਣਾ ਗੁਰੂ ਭੇਟਾ ਤੋਂ ਬਿਨਾਂ ਅਸੰਭਵ ਹੈ। ਅੰਤਰਾਤਮੀ ਮਿਲਾਪ ਤੋਂ ਬਿਨਾਂ ਮਿਲਾਪ ਹੋ ਹੀ ਨਹੀਂ ਸਕਦਾ। ਬਿਨ ਭਾਗਾਂ ਤੋਂ ਕੋਲ ਹਰ ਵਕਤ ਰਹਿਣ ਨਾਲ ਵੀ ਭੇਟਾ ਨਹੀਂ ਹੁੰਦੀ। ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆਂ ਨਿਕਟ ਨਿਤ ਪਾਸ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ ਮਾਨਮੁਖ ਲੋਹ ਬੂਢਾ ਬੇੜੀ ਪਾਸ। ਗੁਰੂ ਹਰੀ ਦੀ ਨਜ਼ਰ ਤੋਂ ਬਿਨਾਂ ਨਹੀਂ ਮਿਲਦਾ। ਗੁਰੂ ਕੋਲ ਜਾਣਾ ਅੱਛਾ ਕਰਮ ਹੈ, ਪਰ ਇਹ ਭੇਟਾ ਨਹੀਂ ਹੈ। ਜਦੋਂ ਗੁਰੂ ਦਾ ਮਿਲਾਪ ਹੋ ਗਿਆ ਤਾਂ ਹੀ ਰੂਹਾਨੀਅਤ ਪੈਦਾ ਹੁੰਦੀ ਹੈ। ਮਨੁੱਖ ਦਾ ਆਤਮਿਕ ਤੌਰ ਤੇ ਜਾਗਣਾ ਤੇ ਪੂਰਾ ਜਾਗਣਾ ਗੁਰੂ ਭੇਟਾ ਕਰਵਾਉਂਦਾ ਹੈ। ਸੋ ਜਾਗੇ ਜੇ ਸਤਿਗੁਰ ਮਿਲੇ ਪੰਚਦੂਤ ਉਹ ਵਸਗਤ ਕਰੇ। ਅਧਿਆਤਮਕ ਕਰਮ ਧਰਮ ਨਾਲ ਭੇਟਾ ਨਹੀਂ ਹੁੰਦੀ ਤੇ ਨਾ ਹੀ ਨਾਮ ਫੁਰਦਾ ਹੈ। ਅਧਿਆਤਮ ਕਰਮ ਜੇ ਕਰੈ ਨਾਮ ਨਾ ਕਭੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ। ਕਰਮ ਧਰਮ ਜੇ ਗੁਰੂ ਅਤੇ ਹਰੀ ਨੂੰ ਸੇਧਤ ਹੈ ਤਾਂ ਪ੍ਰਵਾਨ ਹੈ, ਪਰ ਕਿਸੇ ਦੇਵਤੇ ਦੇਵੀ ਨੂੰ ਸਮਰਪਣ ਵਾਲੇ ਕਰਮ ਧਰਮ ਗੁਰਮਤ ਉੱਕਾ ਹੀ ਪ੍ਰਵਾਨ ਨਹੀਂ ਕਰਦੀ। ਗੁਰਬਾਣੀ ਪੜ੍ਹਨੀ, ਉਚਾਰਨ ਕਰਨੀ, ਸੁਣਨੀ, ਕੰਠ ਕਰਨੀ, ਕਥਾ ਕਰਨੀ ਤੇ ਕੀਰਤਨ ਕਰਨਾ, ਇਹ ਸਭ ਮੁੱਢਲੇ ਪ੍ਰਵਿਰਤੀ ਕਰਮ ਹਨ। ਇਹ ਰੂਹਾਨੀ ਜੀਵਨ ਦਾ ਊੜਾ ਐੜਾ ਈੜੀ ਹਨ। ਕਈ ਇਹਨਾਂ ਨੂੰ ਹੀ ਰੂਹਾਨੀਅਤ ਸਮਝ ਲੈਂਦੇ ਹਨ। ਇਹ ਮੁੱਢਲੇ ਅਤੇ ਅੱਛੇ ਕਰਮ ਹਨ। ਬੁਨਿਆਦ ਇਹਨਾਂ ਨੇ ਹੀ ਰੱਖਣੀ ਹੈ। ਰੂਹਾਨੀਅਤ ਡਿਵਿਨਿਟੀ ਗੁਰੂ ਭੇਟਾ ਤੋਂ ਬਾਅਦ ਉਤਪੰਨ ਹੁੰਦੀ ਹੈ। ਜਾਗਣ ਲਈ ਜਪ ਕਰਨਾ ਨਿਹਾਇਤ ਜ਼ਰੂਰੀ ਹੈ। ਜਪ ਕੋਈ ਵੀ ਕਰ ਸਕਦਾ ਹੈ, ਪਰ ਸਿਮਰਨ ਗੁਰੂ ਭੇਟਾ ਤੋਂ ਬਾਅਦ ਗੁਰੂ ਵੱਲੋਂ ਬਖਸ਼ਿਸ਼ ਹੁੰਦਾ ਹੈ। ਸੰਤ ਕਿਰਪਾ ਜੇ ਅੰਧਿਨ ਜਾਗ। ਸੰਤ ਕਿਰਪਾ ਤੇ ਅੰਧਿਨ ਜਾਗ ਨਾਨਕ ਸਿਮਰਨ ਪੂਰੇ ਭਾਗ। ਇਹ ਸਿਮਰਨ ਸਤਿਗੁਰੂ ਤੇ ਪਾਈਏ। ਜਪ ਚ ਚਾਰ ਕਰਮ ਇੱਕ ਸਾਥ ਹੁੰਦੇ ਹਨ। ਜ਼ਬਾਨ ਬੋਲਦੀ ਹੈ, ਕੰਨਾਂ ਰਾਹੀਂ ਮਨ ਸੁਣਦਾ ਹੈ ਤੇ ਸਮਝਦਾ ਹੈ। ਜਪ ਜਗਾਉਣ ਦਾ ਕੰਮ ਕਰਦਾ ਹੈ। ਗੁਰੂ ਭੇਟਾ ਗੁਰੂ ਵੱਲੋਂ ਤੇ ਪਰਮਾਤਮਾ ਦੀ ਬਖਸ਼ਿਸ਼ ਨਾਲ ਹਉਮੈ ਟੁੱਟਣ ਨਾਲ ਪੈਦਾ ਹੁੰਦੀ ਹੈ। ਰੂਹਾਨੀਅਤ ਦੀ ਬੁਨਿਆਦ ਗੁਰੂ ਭੇਟਾ ਤੇ ਨਿਰਮਲ ਭਾਵ ਦਾ ਪੈਣਾ ਹੈ। ਮਨੁੱਖੀ ਮਨ ਹਉਮੈ ਈਗੋ ਦੇ ਪ੍ਰਭਾਵ ਹੇਠ ਹਰ ਕਰਮ ਕਰਦਾ ਹੈ। ਇਸ ਦੇ ਨਾਸ਼ ਤੋਂ ਬਗੈਰ ਰੂਹਾਨੀ ਹੋਣਾ, ਸੰਤ ਹੋਣਾ ਨਾਮੁਮਕਿਨ ਹੈ। ਹਉਮੈ 'ਚ ਬੰਦਾ ਬੁੱਝ ਨਹੀਂ ਸਕਦਾ। ਗਿਆਨ ਤਾਂ ਇਕੱਠਾ ਕਰ ਸਕਦਾ ਹੈ, ਪਰ ਵਿਵੇਕਹੀਣ ਰਹਿੰਦਾ ਹੈ। ਭੇਟਾ ਤੋਂ ਅਗਲੇ ਕਰਮ ਨਿਰਮਲ ਭਾਵ ਦਾ ਪੈਣਾ, ਵਿਵੇਕ ਦਾ ਉਪਜਣਾ, ਬੈਰਾਗ ਉਤਪੰਨ ਹੋਣਾ ਤੇ ਨਾਮ ਦਾ ਫੁਰਨਾ ਹੈ। ਇਹ ਸਾਰੇ ਕਰਮ ਚੌਥੇ ਪਦ ਫੋਰਥ ਵੇ ਆਫ ਲਾਈਫ ਹੁੰਦੇ ਹਨ। ਰੂਹਾਨੀ ਜੀਵਨ ਦੇ ਦੋ ਪੜਾਅ ਹਨ। ਇੱਕ ਚੌਥਾ ਜਾਂ ਤੁਰੀਆ ਪਦ ਤੇ ਦੂਜਾ ਪਰਮ ਪਦ ਜਾਂ ਅਮਰਾ ਪਦ ਜਾਂ ਨਿਰਵਾਣ ਪਦ। ਚੌਥੇ ਵਾਲਾ ਸੰਤ ਹੁੰਦਾ ਹੈ। ਚੌਥੇ ਪਦ ਵਿੱਚ ਹੀ ਸੁੱਖ ਸਹਿਜ ਬਣਦਾ ਹੈ। ਸੁੱਖਾਂ 'ਚ ਸੰਤ ਕਦੇ ਵਿਚਲਿਤ ਨਹੀਂ ਹੁੰਦਾ। ਕਿੰਨਾ ਵੀ ਮਾਨ ਸਤਿਕਾਰ ਜਾਂ ਦੌਲਤ ਮਿਲ ਜਾਵੇ ਤਾਂ ਵੀ ਗੁਰੂ ਪਰਾਇਣ ਹੀ ਰਹਿੰਦਾ ਹੈ। ਦੁੱਖਾਂ ਤੋਂ ਵੀ ਵਿਚਲਿਤ ਨਾ ਹੋਣਾ ਇਹ ਪਰਮ ਪਦ ਵਿੱਚ ਵਾਪਰਦਾ ਹੈ। ਇਹ ਸਭ ਤੋਂ ਉੱਚੀ ਰੂਹਾਨੀਅਤ ਹੈ। ਪ੍ਰਭੂ ਦੇ ਆਤਮਿਕ ਦਰਸ਼ਨ ਕਰਕੇ ਅਮਰਾ ਪਦ ਬਣਦਾ ਹੈ। ਚੌਥੇ 'ਚ ਅਨਹਦ ਤਾਂ ਸੁਣਦਾ ਹੈ,
जो प्रभु की आवाज़ है, पर दर्शन परम पद 'ਚ ही ਹੁੰਦੇ ਹਨ। इत्थे सहज पैदा ਹੁੰਦਾ है, जीवन पुरख मिलिया हर राया, कहो नानक परम पद पाया। अनहद त्रैगुणी संसार ਲਈ म्यूट है, ਇਹ ਕੇਵਲ ਗੁਰੂ ਭੇਟਾ ਤੋਂ ਬਾਅਦ ਅਨੁਭਵ ਵਿੱਚ ਆਉਂਦਾ ਹੈ। ਹਾਲਾਂਕਿ ਸ੍ਰਿਸ਼ਟੀ 'ਚ ਹਰ ਵਕਤ ਅਨਹਦ ਨਾਦ ਚੱਲਦਾ ਹੈ। ਚੌਥਾ ਪਦ, ਚੌਥੀ ਪੌੜੀ ਜਾਂ ਚੌਥੀ ਪਦਵੀ, ਇਹ ਸਭ ਇੱਕੋ ਅਵਸਥਾ ਦੇ ਨਾਮ ਹਨ, ਜਿਸ ਨੂੰ ਤੁਰੀਆ ਕਿਹਾ ਜਾਂਦਾ ਹੈ। ਇਹ ਭਗਤਾਂ ਦੀ ਅਵਸਥਾ ਹੈ। ਇਹ ਵੀ ਸੰਸਾਰੀ ਜੀਵਨ ਤੋਂ ਬਹੁਤ ਉੱਚੀ ਹੁੰਦੀ ਹੈ। ਇਹ ਕੇਵਲ ਗੁਰੂ ਬਖਸ਼ਿਸ਼ ਹੈ, ਸਾਡੇ ਹੱਥ ਵੱਸ ਦੀ ਗੱਲ ਨਹੀਂ ਹੈ। ਇਸ ਅਵਸਥਾ 'ਚ ਭਗਤ ਪਰਮਾਤਮਾ ਦੇ ਲਾਡਲੇ ਪੁੱਤਰ ਦੀ ਤਰ੍ਹਾਂ ਗੁਜ਼ਰਦਾ ਹੈ, ਗਿਲੇ ਸ਼ਿਕਵੇ ਵੀ ਕਰਦਾ ਹੈ, ਪ੍ਰੇਮ ਦੀ ਬੇਬਲਤਾ ਹੁੰਦੀ ਹੈ, ਆਵਾਜ਼ ਸੁਣਦੀ ਹੈ, ਪਰ ਦਰਸ਼ਨ ਅਜੇ ਹੋਏ ਨਹੀਂ ਹੁੰਦੇ। ਸਗਲ ਭਵਨ ਕੇ ਨਾਇਕਾ ਇੱਕ ਸਿੰਧ ਦਰਸ ਦਿਖਾਈ ਜੀ। ਇਸ ਅਵਸਥਾ 'ਚ ਬਾਣੀ ਵੀ ਉਚਾਰਨ ਹੁੰਦੀ ਹੈ। ਬਾਣੀ ਚੌਥੇ ਪਦ ਅਤੇ ਪਰਮ ਪਦ ਦੋਹਾਂ ਵਿੱਚ ਉਚਾਰਨ ਹੋਈ ਹੈ। ਪਰਮ ਪਦ ਚੌਥੇ ਗੁਣ ਦੀ ਸਿਖਰ ਹੈ, ਦੁਪਹਿਰ ਹੈ। ਤ੍ਰੈ ਗੁਣ ਵਿਸ਼ੇ ਵੇਦਾਂ ਨਿਸਤਰੈ ਗੁਣਯੰ ਭਵਾ ਰਜਨ। ਸ਼੍ਰੀ ਕ੍ਰਿਸ਼ਨ ਜੀ ਅਰਜਨ ਨੂੰ ਉਪਦੇਸ਼ ਕਰ ਰਹੇ ਹਨ ਕਿ ਵੇਦ ਤਿੰਨੇ ਗੁਣਾਂ 'ਚ ਹਨ ਤੇ ਨਿਸਤਾਰਾ ਚੌਥੇ ਗੁਣ ਨਾਲ ਹੋਣਾ ਹੈ। ਜਦੋਂ ਕਬੀਰ ਜੀ ਨੂੰ ਹਾਥੀ ਅੱਗੇ ਸੁੱਟਿਆ ਗਿਆ ਤਾਂ ਫਰਮਾ ਰਹੇ ਹਨ ਕਿ ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੇਂ ਜਾਨਕੀ ਜਿੰਦ। ਸਿਖਰ ਲਈ ਪਰਮ ਪਦ ਦੀ ਅਵਸਥਾ ਗੁਰੂ ਸਾਹਿਬਾਨਾਂ ਦੇ ਹਿੱਸੇ ਆਈ ਹੈ। ਵਿਰਲੇ ਭਗਤ ਵੀ ਇਸ ਅਵਸਥਾ 'ਚ ਪਹੁੰਚ ਜਾਂਦੇ ਹਨ। ਕਬੀਰ ਜੀ ਇਸੇ ਅਵਸਥਾ 'ਚੋਂ ਕਹਿ ਰਹੇ ਹਨ ਕਿ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ। ਮਨੁੱਖੀ ਜੀਵਨ ਦਾ ਪ੍ਰਯੋਜਨ ਹੀ ਹਰੀ ਵਾਹਿਗੁਰੂ ਨਾਲ ਇੱਕਮਿਕ ਹੋ ਕੇ 84 ਦਾ ਮਿਟਾਉਣਾ ਹੈ। ਦਾਸਰੇ ਦੀ ਇਹ ਪੁਰਜੋਰ ਬੇਨਤੀ ਹੈ, ਗੁਜ਼ਾਰਿਸ਼ ਹੈ ਕਿ ਜਣੇ ਖਣੇ ਨੂੰ ਸੰਤ ਨਾ ਬਣਾਇਆ ਜਾਵੇ। ਸੰਤ ਭਾਵੇਂ ਲੱਛਣਾਂ 'ਚ ਹੀ ਪ੍ਰਗਟ ਹੁੰਦਾ ਹੈ, ਪਰ ਕਈ ਵੇਰ ਲੱਛਣ ਭੁਲੇਖਾ ਪਾਉ ਹੁੰਦੇ ਹਨ। ਸੰਤ ਨੂੰ ਸਮਝਣਾ ਕੇਵਲ ਸੰਤ ਹੀ ਕਰ ਸਕਦਾ ਹੈ। ਸੱਜਣ ਠੱਗ ਨੇ ਮਸੀਤ ਅਤੇ ਮੰਦਰ ਅੰਦਰ ਹੀ ਬਣਾ ਰੱਖੇ ਸਨ, ਪਰ ਰਾਤ ਨੂੰ ਮੁਸਾਫਰਾਂ ਨੂੰ ਲੁੱਟ ਕੇ ਖੂਬੇ ਸੁੱਟ ਦਿੰਦਾ ਸੀ। ਭੂਮੀਆਂ ਚੋਰ ਵੀ ਲੰਗਰ ਚਲਾਉਂਦਾ ਸੀ। ਇਹ ਰੂਹਾਨੀਅਤ ਦੀ ਅਕਥ ਕਹਾਣੀ ਹੈ, ਬੰਦੇ ਦੀ ਸੀਮਾ ਹੈ। ਕੇਵਲ ਗੁਰੂ ਜੀ ਦੇ ਪਿੱਛੇ ਪਿੱਛੇ ਚੱਲ ਕੇ ਹੀ ਇਹ ਕਥੀ ਜਾ ਸਕਦੀ ਹੈ, ਵਰਨਾ ਤ੍ਰੈਗੁਣੀ ਬੁੱਧੀ ਦੇ ਕੀ ਵਸ ਹੈ ਕਿ ਰੂਹਾਨੀ ਜੀਵਨ ਬਾਰੇ ਕੁਝ ਕਹੇ। ਪ੍ਰਭ ਕੀ ਅਕਥ ਕਹਾਣੀ ਗੁਰ ਪੂਰੇ ਤੇ ਜਾਣੀ, ਜਾਂ ਹਰ ਕੀ ਅਕਥ ਕਹਾਣੀ ਗੁਰ ਸ਼ਬਦ ਵਿਖਾਣੀ। ਦਾਸਰੇ ਦਾ ਕੋਈ ਦਾਵਾ ਨਹੀਂ ਕਿ ਲਿਖਿਆ ਗਿਆ ਸਭ ਦਰੁਸਤ ਹੈ, ਜੋ ਅਨੁਭਵ 'ਚ ਆਇਆ ਹੈ ਲਿਖ ਦਿੱਤਾ ਹੈ, ਬਾਕੀ ਗੁਰੂ ਜੀ ਜਾਣੇ। ਕੋਈ ਐਬਸੋਲਿਊਟ ਪਰਫੈਕਟ ਨਹੀਂ ਹੈ। ਵਿਦਵਾਨ ਭਾਵੇਂ ਕਿਸੇ ਟਿੱਪਣੀ ਤੋਂ ਪਰਹੇਜ਼ ਕਰਨ, ਪਰ ਕੋਈ ਕਮਾਈ ਵਾਲਾ ਰੂਹਾਨੀ ਜੀਵਨ ਵਾਲਾ ਅਗਰ ਨਵਾਜੇਗਾ ਤਾਂ ਦੰਡਵਤ ਕਰਾਂਗਾ। ਰੂਹਾਨੀਅਤ ਕਿਉਂਕਿ ਪ੍ਰੇਮ ਦਾ ਮਾਰਗ ਹੈ, ਇਸ ਲਈ ਦੋ ਸ਼ਬਦ ਪ੍ਰੇਮ ਲਈ। ਪ੍ਰੇਮ ਨੂੰ ਨਿਰੂਪਣ ਕਰਨਾ ਮੁਸ਼ਕਲ ਹੈ, ਪ੍ਰੇਮ ਨੂੰ ਪਰਿਭਾਸ਼ਿਤ ਕਰਨਾ ਨਾਮੁਮਕਿਨ ਹੈ, ਕਿਉਂਕਿ ਇਹ ਵੀ ਰੱਬ ਦੀ ਤਰ੍ਹਾਂ ਅਸੀਮ ਹੈ। ਰਿਸ਼ੀ ਨਾਰਦ ਜੀ ਨੇ ਇੱਕ ਗਾਥਾ ਲਿਖੀ ਹੈ ਕਿ ਮੈਂ ਨਹੀਂ ਕਹਿ ਸਕਦਾ ਕਿ ਪ੍ਰੇਮ ਕੀ ਹੈ, ਪਰ ਇਹ ਦੱਸ ਸਕਦਾ ਹਾਂ ਕਿ ਜੇ ਕੋਈ ਪਤਨੀ ਆਪਣੇ ਪਤੀ ਨੂੰ ਗੈਰ ਦੀਆਂ ਬਾਹਾਂ 'ਚ ਤੱਕ ਲਵੇ ਤਾਂ ਉਹ ਗਿਲਾ ਨਹੀਂ ਕਰੇਗੀ। ਆਪਣੇ ਪਤੀ ਦੇ ਪ੍ਰੇਮ ਵਿੱਚ ਉਸ ਦੀ ਹਰ ਗੱਲ ਨਾਲ ਸੁਰ ਮਿਲਾਏਗੀ। ਆਮ ਤੌਰ ਤੇ ਪਤਨੀ ਅਜਿਹੀ ਹਾਲਤ 'ਚ ਸੈਂਡਲ ਲਾ ਕੇ ਦੋਹਾਂ ਦੀ ਮੁਰੰਮਤ ਕਰੇਗੀ, ਪਰ ਪ੍ਰੇਮ ਅਜਿਹਾ ਨਹੀਂ ਕਰ ਸਕਦਾ। ਪ੍ਰੇਮ ਸਤਿਕਾਰ ਅਤੇ ਸ਼ਰਧਾ ਦੇ ਵਿਚਾਲੇ ਦੀ ਕੜੀ ਹੈ। ਸਤਿਕਾਰ ਆਪ ਤੋਂ ਬੜੇ ਲਈ ਕਰਨਾਬੱਧ ਹੁੰਦਾ ਹੈ। ਪ੍ਰੇਮ ਦਾ ਵੀ ਕੋਈ ਕਾਰਨ ਹੋ ਸਕਦਾ ਹੈ, ਪਰ ਇਹ ਅੰਨਾ ਹੁੰਦਾ ਹੈ। ਸ਼ਰਧਾ ਤਾਂ ਬਿਲਕੁਲ ਹੀ ਅੰਨੀ ਕਾਰਨ ਤੋਂ ਬਿਨਾਂ ਹੁੰਦੀ ਹੈ। ਪ੍ਰੇਮ ਤੇ ਸ਼ਰਧਾ ਥੋੜੇ ਜਿਹੇ ਅੰਤਰ ਨਾਲ ਇੱਕੋ ਹਨ। ਸ਼ਰਧਾ 'ਚ ਪ੍ਰੇਮ ਦੀ ਸਿਖਰ ਹੁੰਦੀ ਹੈ, ਸ਼ਰਧਾ 'ਚ ਪ੍ਰੇਮ 99% ਹੁੰਦਾ ਹੈ। ਪ੍ਰੇਮ ਟੁੱਟ ਸਕਦਾ ਹੈ, ਪਰ ਸ਼ਰਧਾ ਕਦੇ ਨਹੀਂ ਟੁੱਟਦੀ। ਸੁੰਦਰਤਾ ਮਿਟ ਜਾਣ ਦੇ ਨਾਲ ਪ੍ਰੇਮ ਗੁਆਚਣ ਲੱਗਦਾ ਹੈ। ਸ਼ਰਧਾ ਤਰਕ ਰਹਿਤ ਹੁੰਦੀ ਹੈ। ਬੇਮਿਸਾਲ ਪ੍ਰੇਮ ਹੀ ਸ਼ਰਧਾ ਬਣਦਾ ਹੈ। ਕਈ ਡੇਰੇਦਾਰਾਂ ਦੇ ਕਾਲੇ ਕਾਰਨਾਮੇ ਜਿਵੇਂ ਬਲਾਤਕਾਰ ਅਤੇ ਕਤਲ ਆਦਿ ਵੀ ਪ੍ਰਗਟ ਹੋ ਚੁੱਕੇ ਹਨ, ਪਰ ਫਿਰ ਵੀ ਸ਼ਰਧਾਲੂ ਉਵੇਂ ਹੀ ਸ਼ਰਧਾ ਰੱਖਦੇ ਹਨ। ਜਦੋਂ ਕੋਈ ਸਿੰਘਾਂ ਨੇ ਸ੍ਰੀ ਅਨੰਦਪੁਰ ਸਾਹਿਬ ਗੁਰੂ ਜੀ ਨੂੰ ਵਿਦਾਵਾ ਦਿੱਤਾ
ਤਾਂ ਪ੍ਰੇਮ ਹੀ ਟੁੱਟਾ, ਪਰ ਸ਼ਰਧਾ ਬਰਕਰਾਰ ਸੀ। ਨਤੀਜੇ ਵਜੋਂ ਪਤਨੀਆਂ ਦੇ ਝਿੜਕਣ ਤੋਂ ਫਿਰ ਜੰਗ ਵਿੱਚ ਸ਼ਹੀਦ ਹੋਏ। ਪ੍ਰੇਮ ਕੋਈ ਵੀ ਆਪਣੇ ਵੱਲੋਂ ਨਹੀਂ ਕਰ ਸਕਦਾ। ਅਸੀਂ ਜਿਸ ਨੂੰ ਪ੍ਰੇਮ ਕਹਿੰਦੇ ਹਾਂ ਉਹ ਆਸਕਤੀ ਹੈ, ਪ੍ਰੇਮ ਨਹੀਂ। ਆਸਕਤੀ ਵਪਾਰਕ ਹੁੰਦਾ ਹੈ। ਪ੍ਰੇਮ ਗੁਰੂ ਵੱਲੋਂ ਬਖਸ਼ਿਸ਼ ਹੁੰਦਾ ਹੈ ਜਦੋਂ ਭੇਟਾ ਹੁੰਦੀ ਹੈ। ਬਿਨ ਗੁਰੂ ਪ੍ਰੇਮ ਨਾ ਲੱਭੀ ਜਨ ਵੇਖੋ ਮਨ ਨਿਰਜਾਸ। ਗੁਰੂ ਭੇਟਾ ਤੋਂ ਬਾਅਦ ਹਿਰਦੇ 'ਚ ਮਨ 'ਚ ਨਿਰਮਲ ਭਾਵ ਉਪਜਦਾ ਹੈ। ਇਹੀ ਭਾਵ ਹੀ ਪ੍ਰੇਮ ਦਾ ਜਨਮਦਾਤਾ ਹੈ। ਬਿਨ ਪੈ ਕਿਨੇ ਨਾ ਪ੍ਰੇਮ ਪਾਇਆ, ਬਿਨ ਪੈ ਪਾਰ ਨਾ ਉਤਰਿਆ ਕੋਈ। ਇਹ ਪ੍ਰੇਮ ਹੈ ਜੋ ਆਰੇ ਹੇਠ ਸਰੀਰ 'ਚ ਆਉਂਦਾ ਹੈ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾਂਦੀ ਹੈ। ਪ੍ਰੇਮ ਦੀ ਖੇਡ 'ਚ ਸਿਰ ਤਲੀ ਤੇ ਟਿਕਾਣਾ ਪੈਂਦਾ ਹੈ। ਆਸ਼ਕਾਂ ਰਾਕੂਏ ਬਾਸ਼ਟ ਲਾਜੀਜ਼। ਭਾਈ ਨੰਦ ਲਾਲ ਜੀ। ਪ੍ਰੇਮੀ ਪਿਆਰੇ ਦੀ ਗਲੀ 'ਚ ਜਾਂਦਾ ਹੈ ਭਾਵੇਂ ਸਿਰ ਫੁੱਟ ਜਾਵੇ। ਪ੍ਰੇਮ ਤੇ ਸ਼ਰਧਾ 'ਚ ਬੁੱਧੀ ਨਹੀਂ ਬਚਦੀ, ਕੇਵਲ ਵਿਵੇਕ ਹੁੰਦਾ ਹੈ। ਪ੍ਰੇਮ ਤੇ ਸ਼ਰਧਾ ਵਿੱਚ ਬੁੱਧੀ ਨਹੀਂ ਬਚਦੀ, ਕੇਵਲ ਵਿਵੇਕ ਹੁੰਦਾ ਹੈ। ਪ੍ਰੇਮੀ ਗਿਆਨਹੀਨ ਨਹੀਂ ਹੁੰਦਾ, ਸਗੋਂ ਵਿਵੇਕ ਗਿਆਨੀ ਹੁੰਦਾ ਹੈ। ਪ੍ਰੇਮ 'ਚ ਸਿਰਫ ਦੇਣਾ ਹੁੰਦਾ ਹੈ, ਲੈਣ ਦੀ ਉਮੀਦ ਨਹੀਂ ਲਾਈ ਹੁੰਦੀ। ਪ੍ਰੇਮ ਵਪਾਰ ਨਹੀਂ ਹੈ। ਸੱਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਵਈਏ ਪਾਤਸ਼ਾਹੀ 10ਵੀਂ। ਦਸ਼ਮੇਸ਼ ਜੀ ਦੁਆਰਾ ਰਚਿਤ ਇਸ ਮਹਾਵਾਕ ਦੇ ਅਰਥ ਵੀ ਤ੍ਰੈਗੁਣੀ ਸਤਾ ਤੇ ਹੀ ਕੀਤੇ ਜਾਂਦੇ ਹਨ। ਪ੍ਰੇਮ ਕਰਨ ਵਾਲੇ ਨੂੰ ਰਾਮ ਜੀ ਪ੍ਰਾਪਤ ਹੁੰਦੇ ਹਨ, ਪਰ ਪ੍ਰੇਮ ਗੁਰੂ ਤੋਂ ਬਿਨਾਂ ਪ੍ਰਾਪਤ ਕਰਨਾ ਦੁਰਲਭ ਹੈ। ਇਸ ਮਹਾਵਾਕ ਦੇ ਬੁੱਝਣ ਦੀ ਲੋੜ ਹੈ। ਕੋਈ ਆਪਣੇ ਤੌਰ ਤੇ ਪ੍ਰੇਮ ਨਹੀਂ ਕਰ ਸਕਦਾ। ਗੁਰੂ ਭੇਟਾ ਨਹਾਇਤ ਜ਼ਰੂਰੀ ਹੈ। ਦੁਨੀਆ ਵਿੱਚ ਤਾਂ ਪ੍ਰੇਮ ਦੇ ਬਹੁਤ ਓਛੇ ਅਰਥ ਮੰਨੇ ਜਾਂਦੇ ਹਨ। ਜੇ ਕੋਈ ਇਨਸਾਨ ਆਪਸ ਕਿਸੇ ਵਸਤੂ ਦਾ ਦੇਣ ਲੈਣ ਕਰਦੇ ਹਨ ਤਾਂ ਇਹ ਵਪਾਰ ਹੈ, ਪ੍ਰੇਮ ਨਹੀਂ। ਕਿਹਾ ਇਸ ਨੂੰ ਵੀ ਪ੍ਰੇਮ ਹੀ ਜਾਂਦਾ ਹੈ। ਮੋਹ ਅਤੇ ਪ੍ਰੇਮ 'ਚ ਬਹੁਤ ਵੱਡਾ ਅੰਤਰ ਹੈ। ਮੋਹ ਢਾਊ ਹੈ ਤੇ ਪ੍ਰੇਮ ਉਸਾਰੂ ਹੈ। ਮੋਹ ਆਪਣਿਆਂ ਨਾਲ ਤੇ ਪ੍ਰੇਮ ਹਰੇਕ ਨਾਲ ਹੁੰਦਾ ਹੈ। ਮੋਹ ਤ੍ਰੈਗੁਣੀ ਹੈ ਤੇ ਪ੍ਰੇਮ ਦ੍ਰਿਵ ਸਪਿਰਚੁਅਲ ਹੈ। ਮੋਹ ਬਾਹਰ ਕੱਢਣਾ ਹੈ ਤੇ ਪ੍ਰੇਮ ਅੰਦਰ ਲੈ ਕੇ ਜਾਣਾ ਹੈ। ਮੋਹ ਅਵਗੁਣ ਹੈ ਤੇ ਪ੍ਰੇਮ ਗੁਣ ਹੈ। ਫਰਜ਼ ਕਰਕੇ ਬੱਚੇ ਦੀ ਪਰਵਰਿਸ਼ ਕਰਨੀ ਅੱਛੀ ਅਤੇ ਜ਼ਰੂਰੀ ਹੈ, ਪਰ ਆਪਣੇ ਬੱਚੇ ਲਈ ਕਿਸੇ ਹੋਰ ਦਾ ਖਿਡੌਣਾ ਖੋਹ ਕੇ ਦੇਣਾ ਇਹ ਮੋਹ ਹੈ। ਮੋਹ 'ਚ ਮਾਂ ਬੱਚੇ ਦੇ ਵੱਡਾ ਹੋਣ ਤੇ ਕੁਝ ਆਸਾਂ ਲਗਾਈ ਬੈਠੀ ਹੁੰਦੀ ਹੈ। ਮੋਹ 'ਚ ਸਿਆਣਪ ਹੁੰਦੀ ਹੈ ਤੇ ਪ੍ਰੇਮ ਵਿੱਚ ਵਿਵੇਕ। ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ। ਕੁਝ ਸ਼ਬਦ ਰੂਹਾਨੀਅਤ ਦੇ ਬੂਟੇ ਬਾਰੇ। ਕਬੀਰ ਜੀ ਫਰਮਾ ਰਹੇ ਹਨ ਕਿ ਸਹਿਜ ਸੁਨ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੋਖਿਆ। ਕਹਿ ਕਬੀਰ ਹੁਣ ਤਾਂ ਕਾ ਸੇਵਕ, ਜਿਹਨੇ ਬਿਰਵਾ ਵੇਖਿਆ। ਪਹਿਲਾਂ ਮਨ ਦੀ ਜਾਣਕਾਰੀ ਲੈ ਲਈਏ। ਮਨ ਦੇ 5 ਹਿੱਸੇ ਹਨ, ਜਾਂ ਕਹਿ ਲਓ ਕਿ ਅੰਤਸ਼ਕਰਨ ਦੇ 5 ਹਿੱਸੇ ਹਨ। ਅਹੰਕਾਰ, ਨੰਬਰ 2 ਮਨੁਆ, ਨੰਬਰ 3 ਹਿਰਦਾ, ਨੰਬਰ 4 ਬੁੱਧੀ, ਨੰਬਰ 5 ਆਤਮਾ। ਵੇਦਾਂ ਤੇ ਉਪਨਿਸ਼ਦਾਂ 'ਚ 4 ਬਿਆਨੇ ਗਏ ਹਨ। ਆਤਮਾ ਨੂੰ ਅੰਤਸ਼ਕਰਨ ਤੋਂ ਵੱਖ ਮੰਨਿਆ ਗਿਆ ਹੈ। ਜਦੋਂ ਗੁਰੂ ਭੇਟਾ ਨਾਲ ਹੰਕਾਰ ਮਿਟਦਾ ਹੈ ਤਾਂ ਮਨੁਆ ਹਿਰਦੇ 'ਚ ਚਲਾ ਜਾਂਦਾ ਹੈ, ਟਿਕਾ 'ਚ ਆ ਜਾਂਦਾ ਹੈ। ਇਹ ਅਵਸਥਾ ਗੁਰੂ ਦੁਆਰਾ ਕੀਤੇ ਪ੍ਰਦਾਨ ਵਿਵੇਕ ਅਤੇ ਨਾਮ ਦੇ ਫੁਰ ਨਾਲ ਬਣਦੀ ਹੈ। ਇਸ ਲਈ ਜਪ ਬਹੁਤ ਜ਼ਰੂਰੀ ਹੈ। ਪ੍ਰਵਿਰਤੀ ਕਰਮ ਜੋ ਸੰਸਾਰ ਕਰਦਾ ਹੈ, ਇਹਨਾਂ ਨਾਲ ਰੂਹਾਨੀਅਤ ਵੱਲ ਇੱਕ ਕਦਮ ਪੁੱਟਿਆ ਜਾਂਦਾ ਹੈ, ਪਰ ਇਹ ਰੂਹਾਨੀ ਨਹੀਂ ਹਨ। ਇਹ ਤ੍ਰੈਗੁਣੀ ਕਰਮ ਹਨ। ਅਧਿਆਤਮ ਕਰਮ ਹਨ। ਰੂਹਾਨੀਅਤ ਗੁਰੂ ਭੇਟਾ ਤੋਂ ਬਾਅਦ ਸ਼ੁਰੂ ਹੁੰਦੀ ਹੈ। ਰੂਹਾਨੀ ਮਹਿਲ ਗੁਰੂ ਭੇਟਾ ਤੇ ਮੁਨਸਰ ਹੈ। ਭੇਟਾ ਤੋਂ ਬਾਅਦ ਨਿਰਮਲ ਭਾਵ ਪੈਦਾ ਹੁੰਦਾ ਹੈ। ਬਾਕੀ ਡਰ ਛੱਡ ਕੇ ਚਲੇ ਜਾਂਦੇ ਹਨ। ਗੁਰੂ ਜੀ ਸਾਡੇ ਬਾਹਰੀ ਗਿਆਨ ਨੂੰ ਵਿਵੇਕ ਬੁੱਧੀ ਦੇ ਕੇ ਵਿਜ਼ਡਮ ਵਿੱਚ ਬਦਲ ਦਿੰਦੇ ਹਨ। ਵਿਵੇਕ ਬੁੱਧੀ ਦੀ ਜਾਚਨਾ ਬੇਨਤੀ ਗੁਰੂ ਜੀ ਰੱਬ ਪਾਸ ਕਰ ਰਹੇ ਹਨ। ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਇਹ ਸਾਰਾ ਕਾਰਜ ਸਤ ਸੰਗਤ 'ਚ ਸਿਰੇ ਚੜ੍ਹਦਾ ਹੈ। ਸਤ ਸੰਗਤ ਦਾ ਮਿਲਾਪ ਜ਼ਰੂਰੀ ਹੈ। ਬਿਨਾਂ ਗੁਰੂ ਭੇਟਾ ਤੋਂ ਸੰਗਤ ਦਾ ਮਿਲਾਪ ਨਹੀਂ ਹੁੰਦਾ।
पूरे भाग सत्संग लहे सतगुर भेटे जे साए। नाल ही नाल मन बैरागी बन जाता है। बैरागी मन च ही नाम पैदा होता है। उच्ची सुर नाम की मतवाली हो जाती है। नाम रस ही आत्मा पींदी है। ये अमृत पी के ही आत्मा शुद्ध प्योर होके परमात्मा च लीन होती है। तुरिया जां चौथे पद मनुआ हिरदे च समा जाता है। विवेक दृष्टि हो जाती है। सुख सहज की अवस्था बनती है। इसे भगत विचरते हैं। जदों आत्मा दिव्य होके नाम रस पी के परमात्मा च मिलती है तो सहज पैदा होता है। रब के दर्शन होंदे हैं। संत सम दृष्ट बन के परम पद प्राप्त कर लेंदे हैं। सुख दुख मान अपमान उस्तत निंदा तो न्यारा हो जाता है। जो अमृत संगत विच वसदा है वही नैक्टर अमृत हिरदे च उत्पन्न हो जाता है। ये सारी अवस्था ब्रह्म की नदर अते गुरु की दृष्टि ते मुनसर है। असी अपने यत्नां नाल ये अवस्था प्राप्त नहीं कर सकते। हालांकि यतन असी खुद ही करने हैं पर निवाजिश बिना नामुमकिन है। आज गिलाजत दिल खुदा चू साफ कर मुर्शदे कामल बई अल्ताफ कर भाई नंद लाल जी। अंत च कोटन कोट धन्नवाद है वाहिगुरु जी का जिसने सोझी बख्शी है। पूरी सोझी का दावा कोई नहीं है। जिन्नी भी मिली है गुरबाणी गुरु तो मिली है। छाप बाबा अजीत सिंह जी की है। ऋणी हाँ गलती माफ बार बार जाचना है। पाठक संगत के रूप में बख्श देण अते अगे लई मार्गदर्शक बन के असीसां दिओ जी। वाहिगुरू जी का खालसा वाहिगुरू जी की फतेह।